यादविंदर जी मेरा तो मोटा जिहा सवाल है कि किन्नियां क पार्टियां बदलनियां ने नवजोत सिंह सिद्धू ने, किन्ने क प्यो बनाने आ नवजोत सिंह सिद्धू ने, किनू किनू प्यो बनाना, किदी पग लाउणी आ, की चंद चाड़ने, ये तो दस दिओ, तुम ही दस दिओ कि ये पॉलिटिक्स का हिस्सा हैगा कि जिन्हों मर्जी प्यो बना लिया। जिथे गए जे आसाराम को गए उथे कहता यूं तो रब की हर जगह बात होती है, राधे माँ के दरबार में रब से बात होती है। ते फिर जे आसाराम को चला गया, मैं कुलतार संधवा तो एक गल रिपीट हो रही है अपनी, तुसी गल कहती, मैं बलटोआ जी, मैं कुलतार संधवा तो पुछदा, कुलतार संधवा जी की फिर जिहड़ा बलटोआ इल्जाम ला रहे ने कि उन्हां दा इह सिद्धे तौर ते कहना गा कि सिद्धू मौका प्रस्त ने, वो कह रहे नेगे कि सिद्धू अपने चीज़ां दे मुताबिक तुहाडी पार्टी ते बड़ी प्रिंसीपल दी गल करदी सी, कुलतार संधवा जी तुसी ते बड़े सिद्धांतां दी गल करदे सी। और लोकां ने इस चीज़ नूं एक्सेप्ट कर लिया, लोकां ने इस चीज़ नूं ਮੰਨ ਲਿਆ ਵੀ ਇਹ ਤਾਂ ਐਂ ਹੁੰਦੇ ਆ। असल दे विच ये होना नहीं चाहिए, लोकां नूं इन्हां नहीं पर तुहाडी पार्टी, कुलतार जी मेरा सवाल ले लो, कुलतार जी जिहड़ा सिद्धांतक तौर दे उत्ते कहा जांदा सी तुहाडी पार्टी यानी आम आदमी पार्टी का दावा सी असीं ट्रैडिशनल पॉलिटिक्स वर्गे नहीं आ, साडी पॉलिटिक्स बड़ी प्रिंसीपल्ड आ, असीं बड़ी प्रिंसीपल पॉलिटिक्स करदे आंगे, सिद्धांतां दी राजनीति करदे आ। किधर गई सिद्धांतां दी राजनीति फिर जे बंदे लोड़ मुताबिक लैके आउणे ने? देखो जी, सिद्धांतां दी राजनीति ही है। साडा सिद्धांत यह है भी असीं देश नूं नहीं वेचना, असीं प्रदेश नूं नहीं वेचना, असीं गरीबां दे नां ते स्कीमां लिया के उन्हां नूं ठगना नहीं है। और ये चीज़ां असीं प्रूव कर दित्तियां कि गरीबां दी सेवा करके भी राजनीति हो सकती है, किसानां दी, मजदूरां दी, रेहड़ी वालियां दी, ਜਿਹੜੇ श्रमिक ने उन्हां दी सेवा करके, ਜਿਹੜੇ ਸਾਡੇ ਕਾਰੋਬਾਰੀ ਨੇ, छोटे कारोबारी ने, उन्हां दी सेवा करके भी राजनीति हो सकती है, ਜਿਹੜੀ ਅਸੀਂ ਦਿੱਲੀ 'ਚ ਕਰਕੇ ਦਿਖਾਤੀ ਹੈ। ਸਾਡੇ ਸਿਧਾਂਤ ਉਹੀ ਨੇ, ਸਾਡੇ ਸਿਧਾਂਤ ਇਹ ਨੇ ਜਿਵੇਂ ਅੱਜ ਸਾਡੇ ਪਹਿਲਾਂ ਇੱਕੋ ਇੱਕ ਐਮਪੀ ਹੋਇਆ ਜਿਹੜਾ ਹਿੰਦੁਸਤਾਨ ਦੀ ਹਿਸਟਰੀ ਦੇ ਸੰਜੇ ਸਿੰਘ, ਜਿਨ੍ਹਾਂ ਨੇ ਆਪਦੀਆਂ ਸਾਰੀਆਂ ਹਵਾਈ ਟਿਕਟਾਂ ਉਧਰ ਲਾਤੀਆਂ, ਕਿਸੇ ਦੇ ਦਿਮਾਗ 'ਚ ਹੀ ਨਹੀਂ ਆਉਂਦਾ, ਜੇ ਕੋਈ ਸੋਚਦਾ ਹੈ ਨਾ ਤਾਂ ਹੀ ਹੈ ਨਾ। ਸੋ ਅੱਜ ਉਹਨਾਂ ਨੇ ਜਿਹੜੇ ਮਜ਼ਦੂਰ ਵਿਚਾਰੇ ਪੈਦਲ ਜਾ ਰਹੇ ਸੀ ਉਹਨਾਂ ਨੂੰ ਇਕੱਠੇ ਕਰਕੇ ਅੱਜ ਜਹਾਜ਼ 'ਤੇ ਲੈ ਕੇ ਪਟਨਾ ਲੈ ਗਏ, ਸਾਰੇ ਉਹ ਸਾਲ ਦੀਆਂ ਸਾਰੀਆਂ ਟਿਕਟਾਂ ਉਧਰ ਲਾਤੀਆਂ। ਸੋ ਸਾਡੀ ਪਾਰਟੀ ਬਿਲਕੁਲ ਸਿਧਾਂਤਾਂ ਵਾਲੀ ਪਾਰਟੀ ਆ। ਅਸੀਂ ਤਾਂ ਇਹ ਕਹਿੰਦੇ ਆ ਵੀ ਕਿਸੇ ਤੇ ਜਿਹੜਾ ਉਹ ਮਤਲਬ ਇਸ ਤਰ੍ਹਾਂ ਦਾ ਨਵਜੋਤ ਸਿੰਘ ਸਿੱਧੂ ਤੇ ਕੋਈ ਇਲਜ਼ਾਮ ਤਾਂ ਹੈ ਨਹੀਂ, ਪਰ ਹਲੇ ਉਹ ਆਏ ਨਹੀਂ ਹੈ, ਇਹ ਹਜੇ ਅਫਵਾਹਾਂ ਨੇ। ਇਹ ਹੋ ਸਕਦਾ ਬਲਟੋਆ ਸਾਹਿਬ ਦੀ ਗੱਲ 'ਚ ਵੀ ਕੋਈ ਸੱਚਾਈ ਹੋਵੇ ਵੀ ਰਾਜਨੀਤਿਕ ਦਬਾਅ ਬਣਾਉਂਦੇ ਹੋਣ, ਇਹ ਹੋ ਸਕਦਾ, ਸਾਰੀਆਂ ਪੋਸੀਬਿਲਿਟੀਜ਼ ਨੇ। ਪਰ ਮੈਂ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਬਚਾਉਣ ਲਈ ਇਹਨਾਂ ਟ੍ਰੈਡੀਸ਼ਨਲ ਜਿਹੜੇ ਡਾਕੂ ਨੇ, ਜਿਹੜੇ ਚਿੱਟੇ ਕੱਪੜਿਆਂ ਵਾਲੇ ਡਾਕੂ ਨੇ, ਇਹਨਾਂ ਤੋਂ ਬਚਾਉਣ ਲਈ ਸਾਨੂੰ 3 ਕਰੋੜ ਲੋਕਾਂ ਦੀ ਲੋੜ ਆ। ਅਸੀਂ ਇੰਨੇ ਐਰੋਗੈਂਟ ਨਹੀਂ ਹੋਏ, ਅਸੀਂ ਇੰਨੇ ਹੰਕਾਰੀ ਨਹੀਂ ਹੋਏ ਕਿ ਅਸੀਂ ਕਹਿੰਦੇ ਸਾਨੂੰ ਕਿਸੇ ਦੀ ਲੋੜ ਨਹੀਂ, ਅਸੀਂ ਜਿੱਤ ਲਾਂਗੇ। ਨਹੀਂ, ਸਾਨੂੰ ਸਾਰੇ ਪੰਜਾਬ ਦੀ ਲੋੜ ਆ, ਪੰਜਾਬ ਦੇ ਲੋਕਾਂ ਦੀ ਲੋੜ ਆ, 3 ਕਰੋੜ ਲੋਕਾਂ ਦੀ ਲੋੜ ਆ। ਔਰ ਉਹਦੇ 'ਚ ਸਿੱਧੂ ਸਾਹਿਬ ਵੀ ਆਉਂਦੇ ਨੇ ਜੀ ਆਇਆਂ ਨੂੰ, ਪਰ ਹਲੇ ਉਹਨਾਂ ਵੱਲੋਂ ਕੋਈ ਪਹਿਲ ਨਹੀਂ ਹੋਈ, ਨਾ ਪਾਰਟੀ ਵੱਲੋਂ ਕੋਈ ਪਹਿਲ ਹੋਈ ਹੈ। ਤੁਹਾਡੇ ਕੋਲ ਜਾਣਕਾਰੀ ਨਹੀਂ ਹੈ, ਤੁਸੀਂ ਇਹ ਕਹਿ ਸਕਦੇ ਹੋ ਤੁਹਾਡੇ ਕੋਲ ਜਾਣਕਾਰੀ ਨਹੀਂ ਹੈ ਕਿ ਉੱਪਰ ਕੀ ਚੱਲ ਰਿਹਾ ਹੈਗਾ। ਸੰਦੀਪ ਸੰਧੂ ਜੀ, ਸਿੱਧੂ ਬਾਰੇ ਕਿਹਾ ਗਿਆ ਕਿ ਤੁਹਾਡੀ ਪਾਰਟੀ ਦੀ ਉਹ ਯੂਐਸਪੀ ਹੋਣੇ ਸੀ, ਤੁਹਾਡੀ ਪਾਰਟੀ ਕਹਿੰਦੇ ਉਹਨਾਂ ਨੂੰ ਕਾਰਨਰ ਹੀ ਕਰਦੀ ਗਈ। ਡਿਪਟੀ ਸੀਐਮ ਦਾ ਪਹਿਲਾ ਵਾਅਦਾ ਹੋਇਆ ਸੀ, ਬਾਅਦ ਚੋਂ ਥਿਊਰੀ ਲਿਆਂਦੀ ਗਈ ਕਿ ਜੱਟ ਵੀ ਸੀਐਮ, ਜੱਟ ਹੀ ਡਿਪਟੀ ਸੀਐਮ, ਰੌਲਾ ਪੈ ਜੂ, ਡੀਰੇਲ ਕਰਤਾ। ਉਸ ਤੋਂ ਬਾਅਦ ਸਿੱਧੂ 75-25 ਵਾਲਾ ਫਾਰਮੂਲਾ ਲਿਆਏ ਇਲੈਕਸ਼ਨ ਦੇ ਅੰਦਰ, ਔਨ ਰਿਕਾਰਡ ਗੱਲਾਂ ਨੇ ਸੰਧੂ ਸਾਹਿਬ ਇਹ ਸਾਰੀਆਂ, ਕੌਣ ਕੈਪਟਨ ਔਨ ਰਿਕਾਰਡ ਉਹਨਾਂ ਨੇ ਕਿਹਾ। ਉਸ ਤੋਂ ਬਾਅਦ ਅਸੀਂ ਦੇਖਿਆ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਇਹ ਮਾਹੌਲ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਪੱਖ 'ਚ ਹੋਇਆ ਤੇ ਸਾਈਡਲਾਈਨ ਕਰ ਦਿੱਤੇ ਗਏ ਨਵਜੋਤ ਸਿੰਘ ਸਿੱਧੂ। ਤੇ ਜੇ ਆਮ ਆਦਮੀ ਪਾਰਟੀ ਜਾਂਦੇ ਨੇ ਸਭ ਤੋਂ ਵੱਡਾ ਝਟਕਾ ਤੁਹਾਡੀ ਪਾਰਟੀ ਲਈ ਹੋਊ। ਤੁਹਾਡੀ ਕੀ ਜਾਣਕਾਰੀ ਹੈ, ਗੱਲ ਹੁੰਦੀ ਹੈ ਅੱਜ ਕੱਲ੍ਹ ਸਿੱਧੂ ਨਾਲ? ਯਾਦਵਿੰਦਰ ਜੀ, ਤੁਸੀਂ ਸਾਰੀਆਂ ਗੱਲਾਂ ਦੀਆਂ ਗੱਲਾਂ ਕੀਤੀਆਂ, ਤੁਸੀਂ ਕੌਣ ਕੈਪਟਨ ਨੂੰ ਲੈ ਕੇ ਤੁਸੀਂ ਡਿਪਟੀ ਸੀਐਮ ਦੀ ਗੱਲ ਕੀਤੀ, ਕੌਣ ਕੈਪਟਨ ਵਾਲੀ ਵੀ ਜਿਹੜੀ ਗੱਲ ਸੀ ਬੜੀ ਕਲੈਰਿਟੀ ਨਾਲ ਉਦੋਂ ਜਦੋਂ ਕੈਬਨਿਟ ਦੇ ਵਿੱਚ ਉਹ ਵਜ਼ੀਰ ਸੀ ਉਹਨਾਂ ਨੇ ਗੱਲ ਦੱਸ ਦਿੱਤੀ ਸੀ, ਸਿੱਧੂ ਸਾਹਿਬ ਨੇ ਆਪ ਹੀ। ਡਿਪਟੀ ਸੀਐਮ ਦੀ ਗੱਲ ਤੇ ਜਿਹੜੀਆਂ ਬਾਕੀ ਗੱਲਾਂ ਨਾ ਤਾਂ ਕਿ 75-25, ਨਾ ਤਾਂ ਪਹਿਲਾਂ ਕੋਈ ਫਾਰਮੂਲਾ ਸੀ, ਨਾ ਇਹ ਕੋਈ ਅੱਜ ਫਾਰਮੂਲਾ ਹੈ, ਨਾ ਕੋਈ ਅਗਲੇ ਫਾਰਮੂਲੇ ਆਉਣ ਦੀ ਸੰਭਾਵਨਾ ਹੈਗੀ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਪਹਿਲਾਂ ਮੰਤਰੀ ਸੀ, ਹੁਣ ਉਹ ਸੀਨੀਅਰ ਲੀਡਰ ਤੇ ਐਮਐਲਏ ਹੈਗੇ ਆ। ਇਹ ਜਿਹੜੀ ਤੁਸੀਂ ਅੱਜ ਇਸ ਗੱਲ ਨੂੰ ਆਪਾਂ ਲੈ ਕੇ ਚਰਚਾ ਆਪਾਂ ਛੇੜ ਰੱਖੀ ਹੈਗੀ ਹੈ, ਇਸ ਦੀ ਕੋਲ ਕਿਸੇ ਕੋਲ ਵੀ ਕੋਈ ਪੁਸ਼ਟੀ ਹੈ ਹੀ ਨਹੀਂ ਗੀ ਵੀ ਜੀ ਹਾਰਿਆ। ਤਾਂ ਮੈਂ ਲੇਟ ਜੁਆਇਨ ਕੀਤਾ ਡਿਬੇਟ, ਵਲਟੋਆ ਸਾਹਿਬ ਨੂੰ ਤਾਂ ਮੈਂ ਸੁਣ ਨਹੀਂ ਸਕਿਆ, ਪਰ ਕੁਝ ਚੁਣਵੀਆਂ ਗੱਲਾਂ ਐਮਐਲਏ ਸੰਧਵਾ ਦੀਆਂ ਮੈਂ ਸੁਣੀਆਂ ਹੈਗੀਆਂ, ਸਰਾਟ ਸਾਹਿਬ ਦੀਆਂ। ਸੋ ਜੋ ਉਹਨਾਂ ਨੇ ਗੱਲਾਂ ਆਖੀਆਂ ਹੈਗੀਆਂ 2022 ਤੱਕ ਮਾਹੌਲ ਨੂੰ ਲੈ ਕੇ ਹੈਗੇ ਆ। ਹਾਲ ਦੀ ਮਾਹੌਲ ਜਿਹੜਾ ਜਿਸ ਮਾਹੌਲ 'ਚ ਆਪਾਂ ਅੱਜ ਬੈਠੇ ਹਾਂ, ਉਸ ਮਾਹੌਲ ਦੇ ਵਿੱਚ ਇੱਕ ਪਾਸੇ ਆਪਾਂ ਸੰਜੇ ਸਿੰਘ
ਕੋਈ ਐਮਪੀ ਬਾਰੇ ਇਹ ਦੱਸ ਰਹੇ ਸੀ, ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਦੂਜੇ ਪਾਸੇ ਆਪਾਂ ਪਲੈਨਿੰਗ ਜਿਹੜੀ ਆਪਦੀ ਆ ਸਿਆਸੀ ਸੋਚ ਹੈ ਨਾਲ ਦੀ ਨਾਲ ਹੀ 2022 ਤੱਕ ਪਹੁੰਚ ਗਏ ਹੈ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਭ ਇਹ ਪਰ ਸੰਧੂ ਜੀ ਰਾਜਨੀਤੀ ਤੇ ਸੰਧੂ ਜੀ ਰਾਜਨੀਤੀ ਕਾਂਗਰਸ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਆਪ ਦੀ ਹੋਵੇ, ਰਾਜਨੀਤੀ ਸੰਭਾਵਨਾਵਾਂ ਦਾ ਖੇਡ ਹੁੰਦੀ ਹੈ ਨਾ। ਇਹ ਤਾਂ ਮੰਨਿਆ ਜਾਂਦਾ ਰਾਜਨੀਤੀ ਦਾ ਇੱਕ ਬੇਸਿਕ ਪੋਲੀਟੀਕਲ ਥਿਊਰੀ ਇਹ ਆ ਕਿ ਰਾਜਨੀਤੀ ਸੰਭਾਵਨਾਵਾਂ ਦਾ ਖੇਡ ਆ। ਸਿੱਧੂ ਨੂੰ ਕਾਂਗਰਸ 'ਚ ਅਗਰ ਫਿਊਚਰ ਨਹੀਂ ਨਜ਼ਰ ਆ ਰਿਹਾ, ਜਿਹੜਾ ਲੱਗਦਾ ਸੀ ਕਿ ਸ਼ਾਇਦ ਲੀਡਰਸ਼ਿਪ ਤਬਦੀਲ ਹੋ ਜੂ, ਪ੍ਰਤਾਪ ਬਾਜਵਾ ਬਹੁਤ ਸਾਰੀਆਂ ਗੱਲਾਂ ਔਨ ਰਿਕਾਰਡ ਕਹਿੰਦੇ ਨੇ, ਤੁਹਾਡੇ ਐਮਪੀ ਨੇ, ਕਿ ਆਹ ਚੀਜ਼ਾਂ ਚੱਲ ਰਹੀਆਂ ਸੀ ਔਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਣ ਜਾ ਰਹੇ ਸੀ, ਸੰਭਾਵਨਾਵਾਂ ਦਾ ਖੇਡ ਸੀ ਉਹ ਵੀ। ਸੋਨੀਆ ਗਾਂਧੀ ਨੂੰ ਪਤਾ, ਉਹਨਾਂ ਨੇ ਕਿਹਾ ਹੈਗਾ ਕਿ ਰਾਜਨੀਤੀ 'ਚ ਸੰਭਾਵਨਾਵਾਂ ਤੋਂ ਇਨਕਾਰ ਥੋੜੀ ਕੀਤਾ ਜਾ ਸਕਦਾ ਕਿ ਨਹੀਂ ਹੋ ਸਕਦਾਗਾ, ਰੂਲ ਆਊਟ ਥੋੜੀ ਕਰ ਸਕਦੇ ਆਪਾਂ ਇਹਨੂੰ। ਯਾਦਵਿੰਦਰ ਜੀ, ਉਸ ਗੱਲ ਨੂੰ ਆਪਾਂ ਰੂਲ ਆਊਟ ਕਰ ਸਕਦੇ ਹਾਂ ਜਾਂ ਉਸ ਗੱਲ ਨੂੰ ਆਪਾਂ ਉਸ 'ਤੇ ਕੋਈ ਚਰਚਾ ਜਾਂ ਵਿਸ਼ਾ ਬਣਾ ਸਕਦੇ ਹਾਂ ਜਿਸ ਦੀ ਪੁਸ਼ਟੀ ਕਿਤੋਂ ਤਾਂ ਹੋਈ ਹੋਵੇ। ਕਿਤੇ ਤਾਂ ਉਹ ਚਰਚਾ ਜਿਹੜੀ ਹੈਗੀ ਆ ਉਸ ਨੂੰ ਕੋਈ ਬੰਦਾ ਤਾਂ ਉਹ ਇਨਸਾਨ ਜਿਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਉਹ ਪੁਸ਼ਟੀ ਕਰੇ, ਜਾਂ ਉਹ ਪਾਰਟੀ ਜਿਸ ਪਾਰਟੀ ਦੇ ਵਿੱਚ ਚਰਚਾ ਹੋ ਰਹੀ ਹੈ ਉਹ ਪੁਸ਼ਟੀ ਕਰੇ, ਜਾਂ ਉਹ ਪਾਰਟੀ ਜਿਸ ਪਾਰਟੀ ਵਿੱਚ ਹੈ ਕੋਈ ਇਨਸਾਨ ਉਹ ਵਾਲੀ ਪਾਰਟੀ ਪੁਸ਼ਟੀ ਕਰੇ। ਜਦੋਂ ਕਿਤੇ ਪੁਸ਼ਟੀ ਨਹੀਂ ਹੈਗੀ ਤੇ ਆਪਾਂ ਚਰਚਾ ਦਾ ਮੁੱਦਾ ਕਿਸ ਪਾਸੇ ਛੇੜ ਕੇ ਬੈਠ ਗਏ। ਜੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲਈ ਦੱਸਦਾ ਸੰਧੂ ਜੀ, ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਖਬਰਾਂ ਲੱਗਦੀਆਂ ਹੁੰਦੀਆਂ ਸੀ, ਬਹੁਤ ਖਬਰਾਂ ਲੱਗੀਆਂ, ਤੁਹਾਡੇ ਵੀ ਯਾਦ ਹੋਊ ਕਿ ਕੈਪਟਨ ਪਾਰਟੀ ਬਣਾਉਣਗੇ ਪ੍ਰਧਾਨ ਬਣਨ ਤੋਂ ਪਹਿਲਾਂ। ਕਦੇ ਡਿਨਾਇਲ ਨਹੀਂ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਾਂ ਤੁਹਾਡੀ ਪਾਰਟੀ ਦੇ ਪਾਰਟੀ ਵੱਲੋਂ, ਤਾਂ ਚਲੋ ਕੀ ਆਉਣਾ ਸੀ ਕਿਉਂਕਿ ਪ੍ਰਤਾਪ ਬਾਜਵਾ ਪ੍ਰਧਾਨ ਹੁੰਦੇ ਸੀਗੇ, ਕੋਈ ਡਿਨਾਇਲ ਨਹੀਂ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਬਿਹਾਫ ਦੇ ਉੱਤੇ। ਤਾਂ ਖਬਰਾਂ ਲੱਗਦੀਆਂ ਸੀ ਉਦੋਂ ਵੀ, ਉਹਨਾਂ ਸੰਭਾਵਨਾਵਾਂ ਦੀ ਚਰਚਾ ਬਾਅਦ ਚੋਂ ਔਨ ਰਿਕਾਰਡ ਆ ਕੇ ਬਹੁਤ ਸਾਰੇ ਲੋਕਾਂ ਨੇ ਕੀਤੀ ਕਿ ਕੈਪਟਨ ਪਾਰਟੀ ਬਣਾਉਣ ਜਾ ਰਹੇ ਸੀਗੇ। ਤਾਂ ਚਰਚਾ ਤਾਂ ਉਦੋਂ ਵੀ ਚੱਲਦੀ ਸੀ, ਡਿਬੇਟਾਂ ਤਾਂ ਉਦੋਂ ਵੀ ਹੁੰਦੀਆਂ ਸੀ ਉਸ ਮਸਲੇ ਦੇ ਉੱਤੇ। ਕਰ ਰਿਹਾ ਜੀ, ਉਹ ਇੱਕ ਮਿੰਟ, ਉਦੋਂ ਤਾਂ ਫਿਰ ਵੀ ਕਿਸੇ ਬੰਦੇ ਨੇ, ਕਿਸੇ ਪਾਰਟੀ ਨੇ, ਕਿਸੇ ਨੇ ਪੁਸ਼ਟੀ ਕੀਤੀ ਸੀ, ਉਦੋਂ ਵੀ ਨਹੀਂ ਕੀਤੀ ਸੀ ਕਿ ਵੀ ਆਹ ਚੀਜ਼ਾਂ ਹੋ ਰਹੀਆਂ ਜਾਂ ਆਹ ਚੀਜ਼ਾਂ ਬਣ ਜਾ ਰਹੀਆਂ ਜੀ। ਅੱਜ ਆਪਾਂ ਬੈਠੇ ਹਾਂ 2000 ਨਹੀਂ, ਡਿਨਾਇਲ ਤਾਂ ਆ ਸਕਦਾ ਸੀ ਨਾ, ਕੈਪਟਨ ਅਮਰਿੰਦਰ ਸਿੰਘ ਦਾ ਡਿਨਾਇਲ ਆ ਸਕਦਾ ਸੀ ਕਿ ਨਹੀਂ ਪਾਰਟੀ ਬਣ ਰਹੀ। ਕਿਸ ਗੱਲ ਤੋਂ ਲੈ ਕੇ? ਕਿਉਂਕਿ ਇਸ ਕਿਸਮ ਦੀ ਕੋਈ ਚਰਚਾ ਹੀ ਨਹੀਂ ਸੀ ਕਿ ਜਿਹੜੀਆਂ ਖਬਰਾਂ ਲੱਗ ਰਹੀਆਂ ਸੀ, ਅਗਰ ਉਹ ਖਬਰਾਂ 'ਚ ਦਮ ਨਹੀਂ ਆ ਤਾਂ ਡਿਨਾਇਲ ਆ ਸਕਦਾ ਨਾ। ਮੰਨ ਲਓ ਜਿਵੇਂ ਹੁਣ ਇਹ ਖਬਰ ਚੱਲ ਰਹੀ ਹੈ ਸੋਰਸ ਦੇ ਹਵਾਲੇ ਨਾਲ, ਸਾਡੇ ਚੈਨਲ ਤੇ ਖਬਰ ਬ੍ਰੇਕ ਹੋਈ ਹੈ, ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਕਹਿ ਸਕਦੀ ਹੈ ਜਾਂ ਸਿੱਧੂ ਕਹਿ ਸਕਦੇ ਨੇ ਕਿ ਨਹੀਂ ਹੈ। ਸੋਰਸਸ ਦੇ ਹਵਾਲੇ ਨਾਲ ਬਹੁਤ ਸਾਰੀਆਂ ਖਬਰਾਂ ਬ੍ਰੇਕ ਹੁੰਦੀਆਂ ਨੇ ਮੀਡੀਆ 'ਚ, ਤੁਹਾਨੂੰ ਵੀ ਪਤਾ, ਵੱਡੀਆਂ ਵੱਡੀਆਂ ਖਬਰਾਂ। ਬਫੋਰਸ ਕਾਂਡ ਵੀ ਪਹਿਲੀ ਵਾਰ ਜਦੋਂ ਬ੍ਰੇਕ ਹੋਇਆ ਤਾਂ ਸੋਰਸਸ ਦੇ ਹਵਾਲੇ ਨਾਲ ਹੀ ਹੋਇਆ ਸੀਗਾ। ਬਿਲਕੁਲ ਠੀਕ ਹੈ ਯਾਦਵਿੰਦਰ ਜੀ, ਮੈਂ ਤੁਹਾਡੀ ਪੋਜੀਸ਼ਨ ਨੂੰ ਜਾਂ ਤੁਹਾਡੇ ਮਾਧਿਅਮ ਨੂੰ ਅੰਡਰਮਾਈਨ ਕਰਕੇ ਗੱਲ ਨਹੀਂ ਕਹਿ ਰਿਹਾ। ਮੈਂ ਅੱਜ ਦੇ ਚਰਚੇ ਦੀ ਗੱਲ ਨੂੰ ਕਹਿ ਰਿਹਾ ਕਿ ਜਾਂ ਤਾਂ ਮੈਂ ਕਾਂਗਰਸ ਪਾਰਟੀ ਵੱਲੋਂ, ਮੈਂ ਤੁਹਾਡੇ ਇੱਥੇ ਚੈਨਲ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਇਆ, ਸਾਡੇ ਪਾਰਟੀ ਦੇ ਵਿੱਚ ਇਸ ਕਿਸਮ ਦੀ ਕੋਈ ਚਰਚਾ ਨਹੀਂ, ਨਾ ਹੀ ਕੋਈ ਸੋਚ ਹੈ, ਨਾ ਹੀ ਕਿਸੇ ਨੇ ਕੋਈ ਇਹੋ ਜਿਹੀ ਗੱਲ ਕੀਤੀ ਹੈ। ਪਾਰਟੀ ਦਾ ਹਿੱਸਾ ਹੈ, ਮੈਂ ਜਿਵੇਂ ਦੱਸਿਆ ਸਰਦਾਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਸੀਨੀਅਰ ਲੀਡਰ ਹੈਗੇ ਆ, ਬਤੌਰ ਐਮਐਲਏ ਹੈਗੇ ਆ, ਔਰ ਪਾਰਟੀ ਦੇ ਇੱਕ ਰਿਸਪੈਕਟੇਬਲ ਜਿਹੜੀ ਸੋਚ ਹੈਗੀ ਆ ਉਸ ਮੁਤਾਬਿਕ ਉਹ ਹੈਗੇ ਆ। ਇਸ ਤੋਂ ਇਲਾਵਾ ਹੋਰ ਕੋਈ ਚਰਚਾ ਹੈ ਹੀ ਨਹੀਂ। ਜਦੋਂ ਕੋਈ ਚਰਚਾ ਹੋਊਗੀ ਮੈਂ ਜ਼ਰੂਰ ਪੁਸ਼ਟੀ ਕਰ ਸਕੂੰਗਾ ਵੀ ਨਹੀਂ ਵੀ ਤੁਹਾਡੀ ਆ ਗੱਲ ਦੇ ਵਿੱਚ ਜੋ ਤੁਸੀਂ ਗੱਲ ਤੁਹਾਡੀ ਪਾਰਟੀ ਦੇ ਇਨ ਟੱਚ ਹੈਗੇ ਸਿੱਧੂ, ਕੋਈ ਗੱਲ ਹੁੰਦੀ ਹੈ ਕਿ ਸੰਧੂ ਜੀ ਤੁਹਾਡੀ ਗੱਲ ਹੋਈ ਜਿਵੇਂ ਡਿਬੇਟ 'ਚ ਬੈਠਣ ਤੋਂ ਪਹਿਲਾਂ ਤੁਹਾਡੇ ਲੀਡਰ ਨੇ ਗੱਲ ਹੋ ਸਕਦੀ ਸੀ ਜਾਂ ਤੁਹਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਨਾਲ ਗੱਲ ਹੋਈ ਹੋਵੇ ਸਿੱਧੂ ਜੀ ਦੀ? ਮੈਨੂੰ ਦੱਸਿਆ ਨਹੀਂ ਸੀਗਾ, ਤੁਸੀਂ ਮੈਨੂੰ ਜੇ ਇਹੋ ਜਿਹੀ ਗਾਈਡੈਂਸ ਦੇ ਦਿੰਦੇ ਮੈਂ ਜ਼ਰੂਰ ਕੋਸ਼ਿਸ਼ ਕਰ ਲੈਂਦਾ ਸਿੱਧੂ ਸਾਹਿਬ ਤੱਕ ਅੱਜ ਪਹੁੰਚਣ ਦੀ, ਪਰ ਨਹੀਂ, ਮੇਰੀ ਨਹੀਂ ਗੱਲ ਹੋਈ ਜੀ ਅੱਜ। ਵੈਸੇ ਤੁਸੀਂ ਹਰ ਮਸਲੇ ਤੇ ਫੈਕਟ ਲੈ ਕੇ ਆਉਨੇ ਹੁੰਦੇ ਸੰਧੂ ਜੀ, ਵੈਸੇ ਤੁਸੀਂ ਹਰ ਮਸਲੇ ਫੈਕਟ ਲੈ ਕੇ ਆਉਨੇ। ਇੱਕ ਸਵਾਲ ਹੋਰ ਆ ਸੰਧੂ ਜੀ, ਇੱਕ ਸਵਾਲ ਹੋਰ ਆ। ਨਹੀਂ ਤੁਸੀਂ ਬਹੁਤ ਸਾਰੇ ਫੈਕਟ ਲੈ ਕੇ ਆਉਨੇ। ਅੱਜ ਵੀ ਤੁਸੀਂ ਸਿੱਧੂ ਨਾਲ ਗੱਲ ਕਰ ਸਕਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਸੀ, ਕੋਈ ਤੁਹਾਡਾ ਅਫਸਰ ਕਰ ਸਕਦਾ ਸੀ, ਜਾਣਕਾਰੀ ਲੈ ਸਕਦੇ ਸੀ। ਪਰ ਇੱਕ ਹੋਰ ਸਵਾਲ ਆ ਜਿਹੜਾ, ਕਿਉਂਕਿ ਮੰਨਿਆ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਭੂਮਿਕਾ ਨਿਭਾ ਰਹੇ ਨੇ। ਪਿਛਲੇ ਦਿਨਾਂ 'ਚ ਸੀਐਮਓ ਤੋਂ ਇੱਕ ਕਾਲ ਗਈ ਐਮਐਲਏਜ਼ ਨੂੰ, ਇਹ ਸਾਡੇ ਸੋਰਸ ਹੀ ਦੱਸਦੇ ਨੇ ਕਿ ਸੀਐਮਐਸ ਤੋਂ ਐਮਐਲਏਜ਼ ਨੂੰ ਕਾਲ ਗਈ ਕਿ ਪ੍ਰਸ਼ਾਂਤ ਕਿਸ਼ੋਰ ਨੂੰ